ਕੈਨੇਡਾ ਵਿੱਚ ਭਖਿਆ ਚੋਣਾਂ ਦਾ ਦੰਗਲ। ਜਗਮੀਤ ਸਿੰਘ ਅਤੇ ਐਰਨ ਅਟੂਲ ਦੇ ਰਹੇ ਨੇ ਜਸਟਿਨ ਟਰੂਡੋ ਨੂੰ ਕੜਾ ਮੁਕਾਬਲਾ। ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੇ ਬਾਹਰ ਭੀੜ ਵਿੱਚ ਹੋਏ 2 ਧਮਾਕੇ ਤੇ ਗੋਲੀਬਾਰੀ। ਕੈਨੇਡਾ ਦਾ ਇਵੈਕੂਏਸ਼ਨ ਮਿਸ਼ਨ ਹੋਇਆ ਸਮੇਂ ਤੋਂ ਪਹਿਲਾਂ ਹੀ ਖਤਮ। ਤੇ ਕੈਨੇਡੀਅਨ ਸੂਬੇ, ਬੈਂਕ ਅਤੇ 에ਅਰਲਾਈਨਸ ਨੇ ਲਾਈ ਕੋਵਿਡ-19 ਤੋਂ ਬਚਾਅ ਵਾਸਤੇ ਕਰਮਚਾਰੀਆਂ ਤੇ ਫੁੱਲੀ ਵੈਕਸੀਨੇਟਡ ਹੋਣ ਦੀ ਸ਼ਰਤ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮੈਂ ਅਮਨਿੰਦਰ ਗਰੇਵਾਲ। ਦੇਸ਼ ਵਿੱਚ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਸਮਾਂ ਥੋੜਾ ਹੈ, 20 ਸਤੰਬਰ ਨੂੰ ਚੋਣਾਂ ਹੋਣੀਆਂ ਨੇ ਤੇ ਹਰ ਪਾਸੇ ਵੋਟਰਸ ਨੂੰ ਰਿਝਾਉਣ ਵਾਸਤੇ ਸਾਰੀਆਂ ਹੀ ਪਾਰਟੀਆਂ ਰੋਜ਼ਾਨਾ ਤਾਬੜ-ਤੋੜ ਵਾਅਦੇ ਕਰ ਰਹੀਆਂ ਨੇ। ਇਸ ਵਾਰ ਚੋਣ ਪ੍ਰਚਾਰ 3 ਮੁੱਖ ਮੁੱਦਿਆਂ ਤੇ ਟਿਕਿਆ ਹੋਇਆ ਨਜ਼ਰ ਆ ਰਿਹਾ ਹੈ। ਇੱਕ ਹੈਲਥ ਕੇਅਰ, ਦੂਜਾ ਸੀਨੀਅਰ ਕੇਅਰ ਤੇ ਤੀਜਾ ਹਾਊਸਿੰਗ। ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਵਿੱਚ ਘਰਾਂ ਦੀਆਂ ਅਸਮਾਨ ਤੇ ਪਹੁੰਚੀਆਂ ਹੋਈਆਂ ਕੀਮਤਾਂ ਕਾਰਨ ਪਰੇਸ਼ਾਨ ਹੋਮ ਬਾਇਰਸ ਦਾ ਦਰਦ ਅਚਾਨਕ ਰਾਤੋਂ-ਰਾਤ ਸਾਰੀਆਂ ਫੈਡਰਲ ਪਾਰਟੀਆਂ ਦੇ ਦਿਲ ਵਿੱਚ ਜਾਗ ਗਿਆ ਲੱਗ ਰਿਹਾ ਹੈ। ਲਿਬਰਲ ਪਾਰਟੀ ਲੀਡਰ ਜਸਟਿਨ ਟਰੂਡੋ ਕਹਿੰਦੇ ਨੇ ਕਿ ਜੇ ਉਹਨਾਂ ਨੂੰ ਮੁੜ ਪ੍ਰਧਾਨ ਮੰਤਰੀ ਬਣਾਈਏ ਤਾਂ ਉਹ ਫਲਿੱਪਿੰਗ ਅਤੇ ਬਲਾਈਂਡ ਬਿਡਿੰਗ ਤੇ ਰੋਕ ਲਵਾ ਕੇ ਦਿਖਾਉਣਗੇ। ਘਰ ਖਰੀਦ ਕੇ ਰੈਨੋਵੇਟ ਕਰਕੇ ਕੁਝ ਹੀ ਹਫ਼ਤਿਆਂ ਵਿੱਚ ਮਹਿੰਗੇ ਭਾਅ ਵੇਚਣ ਵਾਲੇ ਯਾਨੀ ਫਲਿੱਪਿੰਗ ਕਰਨ ਵਾਲਿਆਂ ਤੇ ਰੋਕ ਲਾਈ ਜਾਏਗੀ। 12 ਮਹੀਨੇ ਤੱਕ ਫਲਿੱਪਰਸ ਘਰ ਨੂੰ ਵੇਚ ਨਹੀਂ ਸਕਣਗੇ। ਕੁਝ ਸ਼ਹਿਰਾਂ ਵਿੱਚ ਕਥਿਤ ਮਨੀ ਲਾਂਡਰਿੰਗ ਕਾਰਨ ਮੂੰਹ ਮੰਗੀਆਂ ਕੀਮਤਾਂ ਤੇ ਘਰ ਖਰੀਦਣ ਵਾਲੇ ਕੈਨੇਡੀਅਨਸ ਅਤੇ ਫੋਰਨ ਬਾਇਰਸ ਤੇ ਵੀ ਇੱਕ ਵਾਰ ਫੇਰ ਚੋਣ ਪ੍ਰਚਾਰ ਦੌਰਾਨ ਉਂਗਲੀਆਂ ਉੱਠ ਰਹੀਆਂ ਨੇ, ਪਰ ਸ਼ਾਇਦ ਹੀ ਕੁਝ ਹੋਏ ਕਿਉਂਕਿ ਇਹ ਪਹਿਲਾਂ ਵੀ ਉੱਠਦੀਆਂ ਰਹੀਆਂ ਨੇ। ਫੋਰਨ ਬਾਇਰਸ ਤੇ 20% ਫੋਰਨ ਬਾਇੰਗ ਟੈਕਸ ਲਾਉਣ ਦੀ ਵੀ ਗੱਲ ਹੋ ਰਹੀ ਹੈ। ਫਸਟ ਟਾਈਮ ਹੋਮ ਬਾਇਰਸ ਨੂੰ ਟਰੂਡੋ $40,000 ਦੀ ਬਚਤ ਲਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਵੀ ਦੇਣ ਦੀ ਗੱਲ ਕਰ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਮਾਰਗੇਜ ਤੇ ਇੰਟਰਸਟ ਰੇਟ ਵੀ 25% ਤੱਕ ਘਟਾਇਆ ਜਾਏਗਾ। ਟਰੂਡੋ ਤੋਂ ਇੱਕ ਕਦਮ ਅੱਗੇ ਜਾ ਕੇ ਕੰਜ਼ਰਵੇਟਿਵ ਲੀਡਰ ਐਰਨ ਅਟੂਲ ਨੇ ਕਹਿ ਦਿੱਤਾ ਹੈ ਕਿ ਉਹ ਤਾਂ ਫੋਰਨ ਬਾਇਰਸ ਨੂੰ ਕੈਨੇਡਾ ਵਿੱਚ ਘਰ ਹੀ ਖਰੀਦਣ ਨਹੀਂ ਦੇਣਗੇ। ਐਨਡੀਪੀ ਇਸ ਮਾਮਲੇ ਤੇ ਬਹੁਤਾ ਕੁਝ ਨਹੀਂ ਬੋਲੀ ਹੈ, ਬਸ ਅਫੋਰਡੇਬਲ ਹਾਊਸਿੰਗ ਯੂਨਿਟ ਦੀ ਗਿਣਤੀ ਵਧਾਉਣ ਦੀ ਗੱਲ ਕੀਤੀ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਹੋਮ ਬਾਇਰਸ ਦੀਆਂ ਇਹ ਮੁਸ਼ਕਿਲਾਂ ਨਵੀਆਂ ਨਹੀਂ ਹਨ। ਇਹ ਚੋਣ ਪ੍ਰਚਾਰ ਤੋਂ ਪਹਿਲਾਂ ਵੀ ਸਨ, ਜਦੋਂ ਸੰਸਦ ਭੰਗ ਨਹੀਂ ਸੀ। ਕੋਈ ਪਾਰਟੀ ਉਦੋਂ ਸਿਰ ਤੇ ਛੱਤ ਲਈ ਪਰੇਸ਼ਾਨ ਚੱਲ ਰਹੇ ਹੋਮ ਬਾਇਰਸ ਲਈ ਕਿਉਂ ਨਹੀਂ ਸੀ ਇੰਨੀ ਸ਼ਿੱਦਤ ਨਾਲ ਬੋਲਦੀ। ਲਿਬਰਲ ਲੀਡਰ ਦਾ ਵਾਅਦਾ ਹੈ ਕਿ ਸੀਨੀਅਰ ਕੇਅਰ ਹੋਮਸ ਵਿੱਚ ਨਵਾਂ ਸਟਾਫ ਰੱਖਣ, ਉਹਨਾਂ ਦੀ ਟ੍ਰੇਨਿੰਗ ਅਤੇ ਮਿਨੀਮਮ ਵੇਜ $25 ਤੱਕ ਕਰਾਉਣ ਦੀ ਉਹਨਾਂ ਦੀ ਪ੍ਰਾਇਓਰਿਟੀ ਰਹੇਗੀ। ਵੇਟ ਟਾਈਮਸ ਘਟਾਉਣ ਲਈ 7,500 ਫਿਜ਼ੀਸ਼ੀਅਨਸ ਵੀ ਹਾਇਰ ਕੀਤੇ ਜਾਣਗੇ। ਫਿਜ਼ੀਸ਼ੀਅਨਸ ਦੀ ਘਾਟ ਦੀ ਇਹ ਸਮੱਸਿਆ ਵੀ ਸੰਸਦ ਭੰਗ ਹੋਣ ਤੋਂ ਪਹਿਲਾਂ ਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਦੇਸ਼ ਦੇ ਕਈ ਸ਼ਹਿਰ ਅਜਿਹੇ ਨੇ ਜਿੱਥੇ ਸਰਜਰੀਜ਼ ਲਈ 1,000 ਦਿਨ ਦੀ ਵੀ ਵੇਟ ਹੈ, ਜਦਕਿ ਸਰਜਰੀਜ਼ ਬੜੀਆਂ ਜ਼ਰੂਰੀ ਹੁੰਦੀਆਂ ਨੇ। ਐਨਡੀਪੀ ਦਾ ਵਾਅਦਾ ਹੈ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਜਗਮੀਤ ਸਿੰਘ ਦੀ ਸਰਕਾਰ ਦੇਸ਼ ਵਿੱਚ ਇੱਕ ਵੀ ਫॉर ਪ੍ਰੋਫਿਟ ਪ੍ਰਾਈਵੇਟ ਸੀਨੀਅਰ ਕੇਅਰ ਨਹੀਂ ਬਣਨ ਦੇਗੀ। ਪਰ ਕੰਜ਼ਰਵੇਟਿਵ ਲੀਡਰ ਐਰਨ ਟੂਲ ਦਾ ਕਹਿਣਾ ਹੈ ਕਿ ਜੇ ਕੋਈ ਸੂਬਾ ਹੈਲਥ ਕੇਅਰ ਵਿੱਚ ਬਿਹਤਰੀ ਵਾਸਤੇ ਪ੍ਰਾਈਵੇਟ ਅਦਾਰਿਆਂ ਨਾਲ ਗੰਢ ਤੋਪ ਕਰਨਾ ਚਾਹੇ ਤਾਂ ਉਹਨਾਂ ਦੇ ਰਾਸਤੇ ਵਿੱਚ ਨਹੀਂ ਆਉਣਗੇ। ਜਿੱਥੋਂ ਤੱਕ ਵਰਕਿੰਗ ਕਲਾਸ ਦੀ ਗੱਲ ਹੈ ਤਾਂ ਅਟੂਲ ਦਾ ਕਹਿਣਾ ਹੈ ਕਿ ਕਾਮਿਆਂ ਦਾ ਪੂਰਾ ਖਿਆਲ ਰੱਖਿਆ ਜਾਏਗਾ। ਕੰਪਨੀਆਂ ਮੁਸ਼ਕਿਲ ਦੇ ਸਮੇਂ ਵਿੱਚ ਬੈਂਕਰਪਟਸੀ ਐਲਾਨ ਕੇ ਆਪ ਤਾਂ ਭੱਜ ਜਾਂਦੀਆਂ ਨੇ, ਪਰ ਸਾਲਾਂ ਤੱਕ ਉਹਨਾਂ ਵਾਸਤੇ ਕੰਮ ਕਰਦੇ ਰਹੇ ਕਾਮਿਆਂ ਦੀ ਪੈਨਸ਼ਨ ਤੱਕ ਨਹੀਂ ਦਿੱਤੀ ਜਾਂਦੀ। ਅਟੂਲ ਦਾ ਕਹਿਣਾ ਹੈ ਕਿ ਜੇ ਉਹਨਾਂ ਦੀ ਸਰਕਾਰ ਆਈ ਤਾਂ ਇੱਦਾਂ ਨਹੀਂ ਹੋਏਗਾ। ਗ੍ਰੀਨ ਪਾਰਟੀ ਲੀਡਰ ਐਨੇਮੀ ਪੌਲ ਕਦੀ-ਕਦਾਈ ਹੀ ਬੋਲਦੇ ਨੇ ਤੇ ਸਿਵਾਏ ਕਲਾਈਮੇਟ ਚੇਂਜ ਤੇ ਉਹਨਾਂ ਕੋਲ ਬੋਲਣ ਲਈ ਬਹੁਤਾ ਕੁਝ ਹੁੰਦਾ ਵੀ ਨਹੀਂ। ਕਲਾਈਮੇਟ ਚੇਂਜ ਉਂਝ ਬਹੁਤ ਅਹਿਮ ਮੁੱਦਾ ਹੈ, ਪਰ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਰੋਟੀ, ਕੱਪੜਾ ਅਤੇ ਮਕਾਨ ਦੀ ਦੌੜ ਵਿੱਚ ਉਲਝੇ ਵੋਟਰਸ ਲਈ ਦੁੱਖ ਹੋਰ ਵੀ ਨੇ। ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੇ ਵੀਰਵਾਰ ਸ਼ਾਮ ਨੂੰ ਜ਼ੋਰਦਾਰ ਧਮਾਕੇ ਹੋਏ ਤੇ ਗੋਲੀਬਾਰੀ ਵੀ। ਕਿਸੇ ਵੀ ਕੀਮਤ ਤੇ ਹਵਾਈ ਅੱਡੇ ਅੰਦਰ ਦਾਖਲ ਹੋਣ ਲਈ ਜਮ੍ਹਾਂ ਹਜ਼ਾਰਾਂ ਵਿਅਕਤੀਆਂ ਦੀ ਭੀੜ ਵਿੱਚ ਹੋਏ ਇਹਨਾਂ ਧਮਾਕਿਆਂ ਨੇ 100 ਤੋਂ ਵੱਧ ਜਾਨਾਂ ਲਈਆਂ ਨੇ। ਖਬਰ ਲਿਖੇ ਜਾਣ ਤੱਕ ਫਰਾਂਸ ਅਤੇ US ਕਹਿ ਰਹੇ ਸਨ ਕਿ 2 ਧਮਾਕੇ ਹੋਏ ਨੇ ਤੇ ਰੂਸ ਦਾ ਕਹਿਣਾ ਸੀ ਕਿ ਦੋਵੇਂ ਧਮਾਕੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਕਰਾਏ। ਇਹ ਖੁਦਕੁਸ਼ ਯਾਨੀ ਸੁਸਾਈਡ ਬੰਬਿੰਗ ਸੀ ਤੇ ਇਸੇ ਦੌਰਾਨ ਲੋਕਾਂ ਦੀ ਭੀੜ ਵਿੱਚ ਗੋਲੀਆਂ ਵੀ ਚੱਲੀਆਂ। ਕਿਹਾ ਜਾ ਰਿਹਾ ਹੈ ਕਿ ਨੈਟੋ ਨਾਲ ਕੰਮ ਕਰਦੇ ਰਹੇ ਅਫਗਾਨ ਨਾਗਰਿਕਾਂ ਲਈ ਅੱਗੇ ਖੂਹ ਪਿੱਛੇ ਖਾਈ ਵਾਲੀ ਸਥਿਤੀ ਸੀ। ਉਹਨਾਂ ਨੂੰ ਪਤਾ ਸੀ ਕਿ ਇਹ ਧਮਾਕੇ ਹੋਣ ਵਾਲੇ ਨੇ, ਪਰ ਉਹਨਾਂ ਨੇ ਕਿਸੇ ਵੀ ਤਰ੍ਹਾਂ ਹਵਾਈ ਅੱਡੇ ਤੇ ਪਹੁੰਚਣਾ ਹੀ ਸੀ, ਚਾਹੇ ਉੱਥੇ ਭਗਦੜ ਨਾਲ ਮਾਰੇ ਜਾਂਦੇ ਜਾਂ ਬੰਬ ਧਮਾਕੇ ਨਾਲ। ਤਾਲਿਬਾਨ ਬਾਰ-ਬਾਰ ਭਰੋਸਾ ਦਿਵਾ ਰਹੇ ਨੇ ਕਿ ਉਹ ਕਿਸੇ ਤੋਂ ਬਦਲਾ ਨਹੀਂ ਲੈਣਗੇ, ਪਰ ਜਾਨ ਬਚਾ ਕੇ ਭੱਜ ਆਏ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਨੈਟੋ ਫੌਜੀਆਂ ਦੀ ਸਹਾਇਤਾ ਕਰਨ ਦੇ ਬਦਲੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਨੇ ਤੇ ਹੁਣ ਵੀ ਮਿਲ ਰਹੀਆਂ ਨੇ। ਕੈਨੇਡਾ ਵੱਲੋਂ ਅਫਗਾਨਿਸਤਾਨ ਵਿੱਚ ਚਲਾਏ ਜਾ ਰਹੇ ਇਵੈਕੂਏਸ਼ਨ ਮਿਸ਼ਨ ਨੂੰ ਵੀਰਵਾਰ ਨੂੰ ਅਚਾਨਕ ਖਤਮ ਕਰ ਦਿੱਤਾ ਗਿਆ। ਵੀਰਵਾਰ ਦੁਪਹਿਰ ਇਵੈਕੂਈਜ਼ ਨੂੰ ਲੈ ਕੇ ਆਖਰੀ ਕੈਨੇਡੀਅਨ ਮਿਲਟਰੀ ਫਲਾਈਟ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਈ ਸੀ। ਕਾਬੁਲ ਹਵਾਈ ਅੱਡੇ ਤੇ ਵੱਧ ਰਹੇ ਖਤਰੇ ਅਤੇ 5,000 ਤੋਂ ਵੱਧ ਅਮਰੀਕੀ ਫੌਜੀਆਂ ਨੂੰ 31 ਅਗਸਤ ਤੱਕ ਉੱਥੋਂ ਕੱਢਣ ਲਈ ਅਮਰੀਕਾ ਨੂੰ ਖਾਲੀ ਚਾਹੀਦੇ ਹਵਾਈ ਅੱਡੇ ਦੀ ਸ਼ਰਤ ਕਾਰਨ ਹੋਰਨਾਂ ਮੁਲਕਾਂ, ਜਿਨ੍ਹਾਂ ਵਿੱਚ ਕੈਨੇਡਾ ਵੀ ਸ਼ਾਮਿਲ ਹੈ, ਉਹਨਾਂ ਨੂੰ 31 ਅਗਸਤ ਤੋਂ ਪਹਿਲਾਂ ਹੀ ਆਪਣਾ ਇਵੈਕੂਏਸ਼ਨ ਮਿਸ਼ਨ ਖਤਮ ਕਰਨਾ ਪਿਆ। ਹਾਲਾਂਕਿ ਕੈਨੇਡਾ, ਜਰਮਨੀ ਅਤੇ UK ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਜਾਨ ਬਚਾਉਣ ਵਾਸਤੇ 31 ਅਗਸਤ ਤੋਂ ਬਾਅਦ ਵੀ ਅਫਗਾਨਿਸਤਾਨ ਛੱਡਣਾ ਚਾਹਣ, ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਜੇਕਰ ਤਾਲਿਬਾਨ ਦੇਣ ਤਾਂ ਹੀ ਤਾਲਿਬਾਨ ਸਰਕਾਰ ਨੂੰ ਉਹਨਾਂ ਵੱਲੋਂ ਮਾਨਤਾ ਦਿੱਤੀ ਜਾਏਗੀ।
ਅਚਾਨਕ ਖਤਮ ਹੋਏ ਇਸ ਇਵੈਕੂਏਸ਼ਨ ਮਿਸ਼ਨ ਕਾਰਨ ਵੈਲਿਡ ਡਾਕੂਮੈਂਟਸ ਹੁੰਦੇ ਹੋਏ ਵੀ ਹਜ਼ਾਰਾਂ ਅਫਗਾਨ ਨਾਗਰਿਕ ਪਿੱਛੇ ਛੁੱਟ ਗਏ ਨੇ। ਕੈਨੇਡਾ ਨੇ ਭਰੋਸਾ ਦਿਵਾਇਆ ਹੈ ਕਿ ਜੇਕਰ ਇਹ ਡਾਕੂਮੈਂਟਸ ਵਾਲੇ ਵਿਅਕਤੀ ਫਿਲਹਾਲ ਕਿਸੇ ਹੋਰ ਮੁਲਕ ਵਿੱਚ ਪਨਾਹ ਲੈ ਲੈਣ ਤੇ ਉੱਥੋਂ ਕੈਨੇਡਾ ਵਾਸਤੇ ਅਪਲਾਈ ਕਰਨ ਤਾਂ ਉਹਨਾਂ ਨੂੰ ਰੋਕਿਆ ਨਹੀਂ ਜਾਏਗਾ। ਤਾਲਿਬਾਨ ਕਹਿੰਦੇ ਨੇ ਕਿ ਉਹ ਕਿਸੇ ਤੋਂ ਬਦਲਾ ਨਹੀਂ ਲੈਣਗੇ, ਪਰ ਨਰਮ ਰੁਖ ਅਪਣਾਏ ਹੋਣ ਦੇ ਤਾਲਿਬਾਨ ਦੇ ਇਸ ਦਾਅਵੇ ਦਾ ਉਹਨਾਂ ਰਿਪੋਰਟਾਂ ਕਾਰਨ ਖੰਡਨ ਹੁੰਦਾ ਨਜ਼ਰ ਆਉਂਦਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਤਾਲਿਬਾਨ ਆਪਣੇ ਵਿਰੋਧੀਆਂ ਦੇ ਫਤਵੇ ਜਾਰੀ ਕਰ ਰਹੇ ਨੇ, ਉਹਨਾਂ ਨੂੰ ਫਾਹੇ ਲਾਇਆ ਜਾ ਰਿਹਾ ਹੈ। UN ਹਿਊਮਨ ਰਾਈਟਸ ਕਾਉਂਸਲ ਇਹਨਾਂ ਰਿਪੋਰਟਸ ਦੇ ਸਹੀ ਹੋਣ ਦੀ ਪੁਸ਼ਟੀ ਵੀ ਕਰ ਰਿਹਾ ਹੈ। ਅਫਗਾਨਿਸਤਾਨ ਵਿੱਚ ਚੱਲ ਰਹੇ ਹਿਊਮੈਨਿਟੇਰੀਅਨ ਕ੍ਰਾਈਸਿਸ ਕਾਰਨ ਸਾਰੀ ਦੁਨੀਆ ਦੀਆਂ ਨਜ਼ਰਾਂ ਉਸ ਉੱਪਰ ਲੱਗੀਆਂ ਹੋਈਆਂ ਨੇ, ਪਰ ਇਸ ਵਿਚਾਲੇ ਲੋਕ ਭੁੱਲ ਗਏ ਨੇ ਕਿ ਉੱਥੇ ਕੋਵਿਡ-19 ਵੀ ਹੈ, ਠੰਡ ਵੀ ਵਧਣ ਵਾਲੀ ਹੈ ਤੇ ਨਾਲ ਹੀ ਹਾਲਾਤ ਜਿਹੋ ਜਿਹੇ ਨੇ ਗਰੀਬੀ ਵੀ ਜ਼ਰੂਰ ਵਧੇਗੀ। ਯੂਨੈਸਕੋ ਦਾ ਕਹਿਣਾ ਹੈ ਕਿ ਇਹਨਾਂ ਹਾਲਾਤ ਵਿੱਚ 1 ਮਿਲੀਅਨ ਬੱਚੇ ਅਫਗਾਨਿਸਤਾਨ ਵਿੱਚ ਭੁੱਖ ਨਾਲ ਮਰ ਸਕਦੇ ਨੇ। ਸੰਯੁਕਤ ਰਾਸ਼ਟਰ ਲੱਗਦਾ ਹੈ ਕਿ ਅੱਜਕੱਲ੍ਹ ਸਿਰਫ ਅਪੀਲਾਂ ਕਰਨ ਜੋਗਾ ਹੀ ਰਹਿ ਗਿਆ। UN ਬੋਡੀ ਯੂਨੈਸਕੋ ਦੀ ਵੀ ਇਹੀ ਅਪੀਲ ਹੈ ਕਿ ਅਫਗਾਨਿਸਤਾਨ ਬੱਚਿਆਂ ਦੀ ਕੋਈ ਸਾਰ ਲੈ ਲਵੇ। UN ਦੀ ਅਪੀਲ ਇਹ ਵੀ ਹੈ ਕਿ ਅਮੀਰ ਮੁਲਕ ਆਪਣੀ ਆਬਾਦੀ ਦੇ ਬਚਾਅ ਲਈ ਕੋਵਿਡ-19 ਬੂਸਟਰ ਸ਼ਾਟਸ ਨਾ ਖਰੀਦਣ, ਬਜਾਏ ਇਸ ਦੇ ਇਹ ਸ਼ਾਟਸ ਘੱਟ ਆਮਦਨ ਮੁਲਕਾਂ ਨੂੰ ਦਾਨ ਕਰ ਦਿੱਤੇ ਜਾਣ। 에ਅਰ ਕੈਨੇਡਾ ਤੋਂ ਲੈ ਕੇ ਵੱਡੀਆਂ ਅਮਰੀਕੀ 에ਅਰਲਾਈਨਸ ਅਤੇ ਦੋਹਾਂ ਮੁਲਕਾਂ ਦੇ ਬੈਂਕਾਂ ਨੇ ਆਪਣੇ ਕਰਮਚਾਰੀਆਂ ਨੂੰ 21 ਅਕਤੂਬਰ ਤੱਕ ਫੁੱਲੀ ਵੈਕਸੀਨੇਟਡ ਹੋਣ ਨੂੰ ਕਹਿ ਦਿੱਤਾ ਹੈ, ਨਹੀਂ ਤਾਂ ਨੌਕਰੀ ਜਾਏਗੀ। ਜ਼ਾਹਰ ਹੈ ਇਹ ਮੁਲਕ ਵੈਕਸੀਨ ਦਾਨ ਕਰਨ ਦੀ ਬਜਾਏ ਆਪਣੇ ਲੋਕਾਂ ਨੂੰ ਪਹਿਲਾਂ ਦੇਣਗੇ। ਕੈਨੇਡੀਅਨ ਸੂਬਿਆਂ ਬ੍ਰਿਟਿਸ਼ ਕੋਲੰਬੀਆ ਅਤੇ ਕਿਊਬੈਕ ਨੇ ਤਾਂ ਅਗਲੇ ਮਹੀਨੇ ਤੋਂ ਪ੍ਰੂਫ ਆਫ ਵੈਕਸੀਨੇਸ਼ਨ ਵੀ ਲਾਜ਼ਮੀ ਕਰ ਦਿੱਤਾ ਹੈ। ਜੋ ਫੁੱਲੀ ਵੈਕਸੀਨੇਟਡ ਹੋਵੇਗਾ ਉਹੀ ਰੈਸਟੋਰੈਂਟਸ, ਜਿਮਸ, ਸਪੋਰਟਸ ਇਵੈਂਟਸ ਅਤੇ ਹੋਰ ਗੈਰ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਹਾਸਲ ਕਰ ਸਕੇਗਾ। ਉਧਰ ਖਬਰਾਂ ਆ ਰਹੀਆਂ ਨੇ ਕਿ ਕੁਝ ਅਮਰੀਕੀ ਕੋਵਿਡ-19 ਤੋਂ ਬਚਣ ਵਾਸਤੇ ਕੋਈ ਵੀ ਟੀਕਾ ਲਾ ਲੈਣ ਨੂੰ ਤਿਆਰ ਨੇ। ਪੋਇਜ਼ਨ ਕੰਟਰੋਲ ਸੈਂਟਰਸ ਵਿੱਚ ਅਚਾਨਕ ਅਣਗਿਣਤ ਕਾਲਸ ਅਜਿਹੇ ਬਿਮਾਰ ਲੋਕਾਂ ਦੀਆਂ ਆਉਣ ਲੱਗ ਪਈਆਂ ਨੇ ਜਿਨ੍ਹਾਂ ਕੋਵਿਡ-19 ਦੇ ਇਲਾਜ ਵਾਸਤੇ ਘੋੜਿਆਂ ਨੂੰ ਦਿੱਤੀ ਜਾਂਦੀ ਡੀਵਰਮਿੰਗ ਦਵਾਈ ਹੀ ਟੀਕੇ ਵਜੋਂ ਲੈ ਲਈ। ਆਰਕੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਟਵੀਟ ਕਰਨਾ ਪਿਆ ਕਿ ਤੁਸੀਂ ਘੋੜੇ ਜਾਂ ਮੱਝਾਂ ਗਾਈਆਂ ਨਹੀਂ ਹੋ, ਉਹਨਾਂ ਵਾਸਤੇ ਬਣੀਆਂ ਦਵਾਈਆਂ ਖੁਦ ਨਾ ਲਵੋ। ਇਹ ਸਨ ਇਸ ਹਫ਼ਤੇ ਦੀਆਂ ਕੁਝ ਖਾਸ ਖਬਰਾਂ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਮਨਿੰਦਰ ਨੂੰ ਦਿਓ ਇਜਾਜ਼ਤ।